इस बार सभी राजनीतिक दलों के लिए चुनाव लड़ना आसान नहीं होगा। जी हां, पंजाब विधानसभा के संभावित चुनावों की खुमारी अभी से ही सर चढ़कर बोल रही है। नेता फिर से आने लगे हैं तो इस बार मतदाता भी जागरूक है कि वह भी अपनी पूरी तैयारी करके बैठे हैं। जिला रूपनगर के मोरिंडा में देर शाम इलाके के नौजवानों ने इकट्ठा होकर लुधियाना चंडीगढ़ हाईवे पर धरना लगा दिया। उन्होंने पंजाब सरकार के खिलाफ नारेबाजी करते हुए जहां किसान मजदूर एकता के हक में आवाज उठाई, वहीं नौजवानों ने कहा कि पंजाब सरकार ने घर घर नौकरी और रोजगार देने और बेरोजगारी भत्ता देने की बात कही थी। धरना देने वाले नौजवानों ने कहा कि ना तो केंद्र सरकार किसानों की बात सुन रही है, वहीं पिछले विधानसभा चुनाव में पंजाब सरकार ने भी गांव-गांव जाकर नौजवानों को रोजगार देने के वायदे किए थे, लेकिन युवाओं को नौकरियां नहीं दी गई और ना ही बेरोजगारी भत्ता तक मिला है। धरना दे रहे युवाओं ने कहा कि नौजवान सरकार से सवाल करने के लिए इकट्ठा हुए हैं। उन्होंने कहा कि पिछली दफा गांव-गांव घर आकर रोजगार के नाम पर वोट लेने वाले कहां हैं, उन्हें उनका इंतजार है। धरना लगाने वाले नौजवानों ने कहा कि अब की बार चुनाव के समय कोई भी नेता उनके गांव में वोट मांगने आएगा तो उनसे सवाल जरूर पूछे जाएंगे कि जो नौजवानों के साथ उन्होंने वादे किए थे वह वादे कहां गए। बकायदा उनका विरोध कर उन्हें बाहर का रास्ता भी दिखाया जाएगा। इस आयोजन में पहुंचे स्थानीय किसान नेता ने भी कहा कि नौजवानों का ये अच्छा कदम है। अब नेताओं को भी समझना होगा कि नौजवानों के लिए अगर आप कुछ नहीं कर सके तो उनका विरोध जारी रहेगा। मकसद अपना रहा ਜਿਹੜਾ ਰੋਜ਼ ਮਜ਼ਾਰਾ ਕਰਦਾ ਅਸੀਂ ਨਾ OSA ਸਟੂਡੈਂਟ ਯੂਨੀਅਨ ਵੱਲੋਂ ਮੈਂ ਪ੍ਰੈਜ਼ੀਡੈਂਟ ਆ, ਉਹਦੇ ਵੱਲੋਂ ਨਾ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਆ, ਜ਼ਮੀਰ ਜਗਾਓ ਮੁਹਿੰਮ। ਉਹਦੇ 'ਚ ਅਸੀਂ ਸਟੂਡੈਂਟਸ ਨੂੰ ਸਾਰੇ ਨੌਜਵਾਨ ਨੂੰ ਅਵੇਅਰ ਕਰ ਰਹੇ ਹਾਂ। ਉਹਦੇ ਸੰਬੰਧੀ ਅੱਜ ਅਸੀਂ ਇਕੱਠੇ ਹੋਏ ਹਾਂ ਕਿਸਾਨੀ ਸੰਘਰਸ਼ ਸੰਬੰਧੀ। ਤੇ ਦੂਜੀ ਗੱਲ ਸਾਡੀ ਵੱਡੀ ਇਹ ਹੈ ਜੀ ਕਿ ਯੂਨੀਵਰਸਿਟੀ ਦੇ ਜਿਹੜਾ ਕਬਜ਼ਾ ਹੋ ਰਿਹਾ, ਕੇਂਦਰੀਕਰਨ ਕਰਨ ਲੱਗੇ ਹੋਏ, ਸੈਨੇਟ ਦੀ ਇਲੈਕਸ਼ਨਸ ਨੂੰ ਡਿਲੇ ਕਰ ਰਹੇ ਆ, ਉਹਦੇ ਸੰਬੰਧ 'ਚ ਅਸੀਂ ਇਕੱਠੇ ਹੋਏ ਹਾਂ। ਤੇ ਇੱਕ ਸਾਡਾ ਇਹ ਮੁੱਦਾ ਲੈ ਕੇ ਇਕੱਠੇ ਹੋਏ ਆ ਜੀ, ਇੱਕ ਜਿਹੜਾ ਸਰਕਾਰ ਨੇ ਵਾਅਦਾ ਕੀਤਾ ਸੀਗਾ ਨੌਕਰੀਆਂ ਦੇਣ ਦਾ, ਘਰ ਘਰ ਨੌਕਰੀ, ਉਹ ਕਿੱਥੇ ਹੈ ਅੱਜ 200-300 ਮੁੰਡਾ ਇਕੱਠਾ ਹੋ ਕੇ ਇੱਥੇ ਪਹੁੰਚਿਆ, ਸਾਰੇ ਬੇਰੁਜ਼ਗਾਰ ਆ। ਤੇ ਇੱਕ ਸਾਡੇ ਬੇਰੁਜ਼ਗਾਰੀ ਭੱਤੇ ਦੀ ਗੱਲ ਹੋਈ ਸੀ, ਉਹ ਵੀ ਸਰਕਾਰ ਨੇ ਕਿਤੇ ਨਹੀਂ ਦਿੱਤਾ ਹੈਗਾ। ਤੇ ਸਰਕਾਰਾਂ ਸਾਨੂੰ ਲਾਰਾ ਲਾ ਕੇ ਲੰਘਦੀਆਂ ਬਣਦੀਆਂ ਤੇ ਜਿਸ ਤੋਂ ਦੁਖੀ ਹੋ ਕੇ ਅੱਕ ਕੇ ਅੱਜ ਨੌਜਵਾਨ ਸੜਕਾਂ ਤੇ ਆਏ ਆ। ਤੇ ਇਹ ਸਰਕਾਰ ਨੂੰ, ਕੈਪਟਨ ਸਰਕਾਰ ਨੂੰ, ਮੰਤਰੀ ਚੰਨੀ ਨੂੰ ਸਵਾਲ ਕਰਨ ਆਏ ਵੀ ਸਾਡੀਆਂ ਨੌਕਰੀਆਂ ਕਿੱਥੇ ਆ, ਜਿਸ ਦਾ ਤੁਸੀਂ ਵਾਅਦਾ ਕਰਕੇ ਸਾਡੇ ਪਿੰਡਾਂ ਵਿੱਚ ਵੋਟਾਂ ਲੈ ਕੇ ਆਇਆ ਸੀ, ਹੱਥ ਵਢਾ ਕੇ ਵੋਟਾਂ ਪਾਈਆਂ, ਉਹ ਅੱਜ ਕਿੱਥੇ ਆ ਨੌਕਰੀਆਂ। ਅੱਜ ਨੌਜਵਾਨ ਸਾਰਾ ਇਕੱਠਾ ਹੋ ਕੇ ਇੱਥੇ ਇਸ ਨੂੰ ਸਵਾਲ ਕਰਨ ਆਏ। ਤੇ ਨੌਜਵਾਨਾਂ ਨੂੰ ਵੀ ਅਸੀਂ ਇੱਕ ਵੱਡੀ ਅਪੀਲ ਇਹ ਵੀ ਕਰਨ ਆਏ ਆ ਕਿ ਗਿਆਨੀ ਵਰਗੇ ਜਾਂ ਗਰੇਵਾਲ ਵਰਗੇ ਬਾਰ-ਬਾਰ ਇਹੀ ਗੱਲਾਂ ਕਹੀ ਜਾਂਦੇ ਸੀਗੇ ਵੀ ਇਹ ਕਾਨੂੰਨ ਕਾਲੇ ਕਿੱਥੇ ਆ, ਕਿ ਉਹ ਕਹਿੰਦੇ ਇਹ ਕਾਨੂੰਨ ਵਧੀਆ ਬਣਾਏ, ਕਾਲੇ ਕਿੱਥੇ ਆ। ਜਿੱਥੇ ਕਿ ਇਹਨਾਂ ਨੇ ਉਹਦੇ ਵਿੱਚ ਦਿੱਤਾ ਹੈ ਕਿ ਅਸੀਂ SDM ਕੋਲੇ ਜਾ ਸਕਦੇ ਜੇ ਸਾਡੇ ਨਾਲ ਕੋਈ ਧੱਕਾ ਹੁੰਦਾ, ਅਸੀਂ ਕਿਤੇ ਬਾਹਰ ਕੋਰਟ 'ਚ, ਸਿਵਲ ਕੋਰਟ ਅਸੀਂ ਕੇਸ ਨਹੀਂ ਅਪਲਾਈ ਕਰ ਸਕਦੇ। ਅੱਜ ਤੁਸੀਂ ਦੇਖ ਚੁੱਕੇ ਹੋ, ਰਿਜ਼ਲਟ ਦੇ ਚੁੱਕੇ ਹੋ, ਜੋ ਕਿਸਾਨ 9 ਮਹੀਨਿਆਂ ਤੋਂ ਬਾਰਡਰਾਂ ਤੇ ਪਿੱਟ ਕੇ ਕਹਿ ਰਿਹਾ ਕਿ SDM ਨੇ ਸਾਡਾ ਕੁਝ ਨਹੀਂ ਕਰਨਾ। ਅੱਜ ਉਹੀ ਗੱਲ ਹੋਈ ਕਰਨਾਲ ਦੇ ਵਿੱਚ, ਉਹੀ SDM ਖੜ ਕੇ ਉਹੀ ਸਰਕਾਰ ਦੀ ਸ਼ਹਿ ਤੇ, ਅੰਬਾਨੀ ਡਾਨੀ ਦੇ ਸ਼ਹਿ ਤੇ ਕਹਿ ਰਿਹਾ ਹੈ ਇਸ ਕਿਸਾਨਾਂ ਦੇ ਸਿਰ ਫੋੜ ਦਿਓ। ਫਿਰ ਅੱਜ ਪਤਾ ਤਾਂ ਕਲੀਅਰ ਹੋ ਗਿਆ ਵੀ ਇਹ SDM ਨੇ ਸੁਣਨੀ ਬਾਅਦ 'ਚ ਵੀ ਇਹਨਾਂ ਦੀ ਉਹ ਆ, ਸਾਡੀ ਕਿਸੇ ਨੇ ਨਹੀਂ ਸੁਣਨੀ। ਜਿਸ ਦੇ ਸੰਬੰਧੀ ਅੱਜ ਲੋਕਾਂ ਨੂੰ ਅਵੇਅਰ ਕਰਕੇ ਅਸੀਂ ਅੱਜ ਇਕੱਠੇ ਕਰਕੇ ਨੌਜਵਾਨਾਂ ਨੂੰ ਘਰਾਂ 'ਚ ਲੈ ਕੇ ਆਏ ਵੀ ਆਪਣੇ ਹੱਕ ਮੰਗੀਏ, ਇਹਨਾਂ ਸਰਕਾਰਾਂ ਤੇ ਡਿਪੈਂਡ ਨਾ ਰਹੀਏ। ਇਹਨਾਂ ਨੇ ਸਾਨੂੰ ਲੁੱਟ ਕੇ ਖਾ ਜਾਣਾ, ਅਸੀਂ ਬਾਅਦ 'ਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਅੱਗੇ ਤੋਂ ਜਿਹੜੇ ਮੰਤਰੀ ਵਗੈਰਾ ਵੋਟਾਂ ਮੰਗਣ ਆਉਣਗੇ ਉਹਨਾਂ ਨਾਲ ਕੀ ਸਲੂਕ ਕਰੋਗੇ ਤੁਸੀਂ? ਬਿਲਕੁਲ ਜੀ, ਇਹਨਾਂ ਦੇ ਪਿੰਡਾਂ 'ਚ ਵਿਰੋਧ ਕਰਾਂਗੇ। ਅਸੀਂ ਇਹਨਾਂ ਨੂੰ ਪੁੱਛਾਂਗੇ ਸਵਾਲ ਕਿ ਤੁਸੀਂ ਸਾਡਾ ਅੱਜ ਤੱਕ 74 ਸਾਲਾਂ 'ਚ ਸਾਨੂੰ ਲੁੱਟਿਆ, ਸਾਡੇ ਬਾਬਿਆਂ ਨੂੰ ਬੁੱਧੂ ਬਣਾ ਕੇ ਲੰਘਦੇ ਬਣਦੇ ਸੀ, ਤੁਸੀਂ ਸਾਡੇ ਨਾਲ ਵਾਅਦਾ ਕਰਕੇ ਆਏ ਹੋ। ਤੁਸੀਂ ਗੁਟਕਾ ਸਾਹਿਬ ਨਾਲ ਹੱਥ 'ਚ ਸਹੁੰ ਚੱਕੀ ਵੀ ਨਸ਼ੇ ਬੰਦ ਕਰ ਦਾਂਗੇ। ਕਿਹੜੇ ਪਿੰਡ 'ਚ ਨਸ਼ੇ ਬੰਦ ਹੋ ਗਏ ਜੀ? ਇਹ ਗੁਰੂ ਸਾਹਿਬ ਦੀ ਸਿੱਧੀ ਬੇਅਦਬੀ ਕਰੀ ਹੈ, ਇਹਨਾਂ ਦਾ ਤਾਂ ਕੋਈ ਪਰਚਾ ਨਹੀਂ ਹੁੰਦਾ 295 ਦਾ ਜੀ। ਸਿੱਧੀ ਬੇਅਦਬੀ ਕਰਕੇ ਆਏ ਆ ਤੁਸੀਂ, ਬੇਅਦਬੀ ਦੇ ਦੋਸ਼ੀਆਂ ਨੂੰ ਲੱਭਦੇ ਫਿਰਦੇ ਹੋ। ਕੈਪਟਨ ਨੇ ਤਾਂ ਸਿੱਧੀ ਗੁਰਦੁਆਰਾ ਸਾਹਿਬ ਨੂੰ ਹੱਥ ਕਰਕੇ ਗੁਟਕਾ ਸਾਹਿਬ ਚੱਕ ਕੇ ਸਹੁੰ ਖਾਧੀ ਹੈ। ਇਹ ਤੋਂ ਵੱਡੀ ਬੇਅਦਬੀ ਕੀ ਹੋ ਚੁੱਕੀ? ਇਹ ਤਾਂ ਸਾਨੂੰ ਜਾਣਨਾ ਪੈਣਾ ਵੀ ਇਹ ਹਰ ਵਾਰ ਲੁੱਟ ਕੇ ਲੰਘਦੇ ਬਣਦੇ। ਹੁਣ ਸਿੱਧੂ ਆ ਗਿਆ, ਉਹੀ ਗੱਲਾਂ, ਜੀਜਾ ਸਾਲਾ। ਇਹਨਾਂ ਦੇ ਜੀਜੇ ਸਾਲੇ ਦੇ ਅੰਦਰ ਜੇਲ੍ਹ ਜਾਣ ਨਾਲ ਸਾਨੂੰ ਕੋਈ ਫਰਕ ਪੈਣਾ? ਨੌਜਵਾਨਾਂ ਨੂੰ ਨੌਕਰੀਆਂ ਮਿਲ ਜੂਗੀਆਂ ਜੀ? ਇਹ ਸਵਾਲ ਪੁੱਛਦੇ ਆ। द टारगेट न्यूज के लिए रूपनगर से सुषमा मोदगिल की रिपोर्ट।
पल पल हर पल समाचारों से अपडेट रहना है तो हमारे इस चैनल द टारगेट न्यूज को लाइक करें, सब्सक्राइब करें व बेल आइकन को जरूर दबाएं। घर बैठे सारी जानकारी पाएं।